ਰਹੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਪਾਵਨ ਬਚਨਾਂ ਵਿੱਚ ਅਵਸਥਾ ਬਿਆਨ ਕਰ ਰਹੇ ਨੇ। ਹਰ ਚਰਨ ਕਮਲ ਮਨ ਲੀਨਾ, ਪ੍ਰਭ ਜਲ ਜਨ ਤੇਰੇ ਮੀਨਾ। ਅਕਾਲ ਪੁਰਖ ਪ੍ਰਭੂ ਦੇ ਚਰਨ ਕਮਲਾਂ ਵਿੱਚ ਮਨ ਲੀਨ ਹੋਇਆ। ਪ੍ਰਭ ਜਲ, ਆਪ ਪਰਮੇਸ਼ਰ ਜਲ ਹੈ, ਭਾਵ ਸਾਗਰ ਹੈ। ਜਨ ਤੇਰੇ ਮੀਨਾ, ਮੀਨਾ ਤੋਂ ਭਾਵ ਹੈ ਮੱਛੀ। ਇਹ ਤੇਰੇ ਜਨ, ਤੇਰੇ ਸੇਵਕ, ਉਹ ਸਾਗਰ ਵਿੱਚ ਰਹਿਣ ਵਾਲੀ ਅਦਲੀ ਜੀ ਮੱਛੀ ਹਨ ਤੇ ਉਹ ਪਰਮਾਤਮਾ ਨਾਲ ਪ੍ਰੀਤ ਹੈ, ਸਾਂਝ ਹੈ। ਗੁਰੂ ਸਵਾਰਿਓ, ਇਹ ਅਵਸਥਾ ਹੈ ਜਦੋਂ ਮਨ ਗੁਰੂ ਚਰਨ ਕਮਲਾਂ ਵਿੱਚ ਲਿਵਲੀਨ ਹੋ ਜਾਂਦਾ ਹੈ। ਅੱਜ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਦੇ ਪਰਉਪਕਾਰ ਆਪਾਂ ਸਾਂਝੇ ਕਰਨੇ ਹਨ, ਜਿਨ੍ਹਾਂ ਦੀ ਕਿੱਡੀ ਵੱਡੀ ਦੇਣ ਹੈ ਸਿੱਖ ਪੰਥ ਨੂੰ। 19 ਰਾਗਾਂ ਵਿੱਚ ਸਤਿਗੁਰੂ ਨੇ ਗੁਰਬਾਣੀ ਉਚਾਰਨ ਕੀਤੀ ਹੈ। 17 ਰਾਗ ਗੁਰੂ ਨਾਨਕ ਪਾਤਸ਼ਾਹ ਵਾਲੇ ਹੀ ਗਾਇਨ ਕੀਤੇ ਹਨ। ਉਹਨਾਂ ਰਾਗਾਂ ਨੂੰ ਹੀ ਗੁਰਦੇਵ ਪਿਤਾ ਨੇ ਵਿਸਥਾਰ ਵਿੱਚ ਲਿਆ। 17 ਰਾਗ ਗੁਰੂ ਨਾਨਕ ਪਾਤਸ਼ਾਹ ਵਰਤਦੇ ਨੇ ਤੇ ਉਹਨਾਂ 17 ਰਾਗਾਂ ਨੂੰ ਹੀ ਗੁਰੂ ਅਮਰਦਾਸ ਪਾਤਸ਼ਾਹ ਗਾਉਂਦੇ ਨੇ ਤੇ ਫਿਰ 19 ਰਾਗਾਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਹੈ। 22 ਸਵਈਏ ਭੱਟ ਸਾਹਿਬਾਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ ਵਿੱਚ ਉਚਾਰਨ ਕੀਤੇ ਹਨ। ਸਤਿਗੁਰੂ ਬਾਸਿਰਕੇ ਦੀ ਧਰਤੀ ਤੇ ਭਾਗ ਲਾਉਂਦੇ ਨੇ। ਹਰ ਸਾਲ ਤੀਰਥ ਯਾਤਰਾ ਤੇ ਜਾਣਾ ਇੱਕ ਸ਼ੁਭ ਕਰਮ ਬਣ ਗਿਆ, ਮਹਾਨ ਕਰਮ ਬਣ ਗਿਆ ਤੀਰਥ ਯਾਤਰਾ ਤੇ ਜਾਣਾ। ਇੱਕ ਵਾਰ ਠੋਕਰ ਲੱਗੀ ਹੈ, ਕਿਹਾ ਹੈ, ਪੁੱਛ ਲਿਆ ਕਿ ਗੁਰੂ ਕਿਹੜਾ? ਕਹਿਣ ਲੱਗੇ ਮੇਰਾ ਤਾਂ ਗੁਰੂ ਕੋਈ ਨਹੀਂ। ਉਸ ਵੇਲੇ ਘਰ ਆ ਗਏ, ਕੁਦਰਤੀ ਸੀ, ਘਰ ਆ ਰਹੇ ਸਨ। ਸਾਰੀ ਰਾਤ ਬਿਸਤਰ ਤੇ ਟਿਕਾ ਨਾ ਬਣਿਆ। ਸਵੇਰੇ ਸਵੇਰੇ ਬੀਬੀ ਅਮਰੋ ਨੇ ਬਾਣੀ ਗਾਈ, ਬਾਣੀ ਪੜ੍ਹੀ। ਇੱਕ ਪਾਸੇ ਦੁੱਧ ਰਿੜਕਿਆ, ਦੂਸਰੇ ਪਾਸੇ ਬਾਣੀ ਨੂੰ ਰਿੜਕਿਆ। ਜਿਵੇਂ ਜਿਵੇਂ ਬਾਣੀ ਦਾ ਸ਼ਬਦ ਦਾ ਮੰਥਨ ਕੀਤਾ ਤੇ ਅੰਮ੍ਰਿਤ ਪ੍ਰਗਟ ਹੋ ਗਿਆ। ਉਹ ਅੰਮ੍ਰਿਤ ਬਾਬਾ ਅਮਰਦਾਸ ਪਾਤਸ਼ਾਹ ਦੇ ਕੰਨਾਂ ਵਿੱਚ ਪੈ ਗਿਆ। ਮਨ ਟਿਕਣ ਲੱਗਾ, ਮਨ ਸ਼ਾਂਤ ਹੋਇਆ, ਮਨ ਸਹਿਜ ਵਿੱਚ ਆਇਆ। ਜਿਸ ਦੀ ਭਾਲ ਕਰਦਾ ਸਾਂ ਉਹ ਤਾਂ ਐਸਾ ਸ਼ਬਦ ਹੈ, ਐਸਾ ਗਿਆਨ ਹੈ, ਐਸਾ ਨਾਮ ਹੈ। ਹਿੰਮਤ ਕਰਕੇ ਸਾਰਾ ਸ਼ਬਦ ਸੁਣਿਆ। ਫਿਰ ਬੀਬੀ ਅਮਰੋ ਪਾਸੋਂ ਪੁੱਛਿਆ ਸੀ, ਰਿਸ਼ਤੇ ਵਿੱਚ ਨੂੰਹ ਲੱਗਦੀ ਸੀ। ਭਾਈ ਜੱਸਾ ਜੀ ਦੇ ਨਾਲ ਵਿਆਹੀ ਹੋਈ ਸੀ। ਆਪ ਜੀ ਦੇ ਭਰਾਤਾ ਜੀ ਦੀ ਨੂੰਹ ਸੀ, ਭਤੀਜੇ ਦੇ ਘਰੋਂ ਸੀ। ਪੁੱਛ ਲਿਆ, ਤੇਰਾ ਨਾਮ ਬੀਬੀ ਅਮਰੋ ਹੈ? ਨਾਮ ਤਾਂ ਮੇਰਾ ਵੀ ਅਮਰਦਾਸ ਰੱਖਿਆ, ਪਰ ਮੈਂ ਅਜੇ ਅਮਰ ਨਹੀਂ ਹੋਇਆ। ਆਪ ਜੀ ਅਮਰ ਹੋ ਗਏ ਹੋ, ਇੰਨੀ ਮਿੱਠੀ ਬਾਣੀ ਗਾਉਂਦੇ ਹੋ। ਸ਼ਬਦ ਸੁਣ ਕੇ ਹੀ ਮਨ ਟਿਕ ਗਿਆ, ਮਨ ਦਰਵ ਗਿਆ, ਮਨ ਲੀਨ ਹੋ ਗਿਆ। ਜਿਵੇਂ ਇਹ ਲੜੀਵਾਰ ਵਾਕ ਅੰਦਰ ਆਏ, ਹਰ ਚਰਨ ਕਮਲ ਮਨ ਲੀਨਾ। ਚਰਨ ਕਮਲਾਂ ਵਿੱਚ ਮਨ ਲੀਨ ਹੋ ਜਾਣਾ, ਇੱਕਮਿਕ ਹੋ ਜਾਣਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ।
ज्यों ज्यों किरत चलाए त्यों चलिए, हर गुण नाही अंत हरे। चित चेतस की नहीं बावरिया, हर बिसरत तेरे गुण गलिया। ये शब्द सुन रहे सन। किहड़ा शब्द सी? गुरु नानक बाणी दा, मेरे सच्चे पातशाह दा ये अमुल बचन। आरंभता हुंदी है करनी कागद मन मसवाणी, बुरा भला दोए लेख पए। दो प्रकार दे जीव दे लेख ने, बुरा है भला है। रोजाना तो रसना तो पढ़ते हो, चंगियाइयां बुरियाइयां, वाचै धर्म हदूर। धन धन गुरु अमरदास पातशाह कहते ने, बीबी अमरो नूं मैनू किरपा करके सतगुरु नाल जोड़ दिओ। ये गुरु नानक साहब की बाणी है। कहते मैं भी दर्शन करने चाहना। बीबी अमरो कहते दर्शन तो तुसी कीते सी, जदों विआह कारज ते गए सी, दर्शन तो तुसी कीते सी। गुरु अंगद दे पातशाह दे दर्शन नहीं कीते? खडूर साहब कह लगे कीते होणगे, पर मैं उस भावना नाल दर्शन नहीं कीते, शरधा नाल दर्शन नहीं कीते कि मैं गुरु नूं अपना बना लवां। वो दर्शन कहन लगे बाहरली अख दे सन। हुण दर्शन मैं अंदरली अख नाल करने चाहुंदा। अपनी भावना लैके, शरधा लैके, प्यार लैके, प्रीत लैके चलिए। बीबी अमरो नूं कहंदे, कहन लगी पिता जी मैनू तां पेके घर जाण दा हुक्म ही नहीं, मैं हुक्म तो बाहर ही नहीं हो सकती, अपनी मर्जी नाल मैं नहीं जा सकती। हैरान हो गए। आपां भी इतिहास वाचते हुए हैरान होवांगे, क्योंकि धन सतगुरु गुरु अंगद देव पातशाह जी जानते सन माता खीवी दा दिता प्यार धी नूं। इन्नियां सुख सहूलतां इस घर विच ते जरूरी नहीं ना कि ਜਿਹੜੀਆਂ पेके घर विच सुख सहूलतां ते आनंद पहनण नूं, खाण नूं, हसन खेडण नूं मिले, वो जरूरी नहीं हुंदा भी सहुरे घर विच भी उही कुछ सब कुछ मिले। कई बार समा व्याख्या करदा है। इस करके आखन लगे मैनू हुक्म नहीं, आखन लगे तुसी चलो मेरे नाल, मैं आप खिमा मंग लवांगा। कहन लगे फिर भी पिता जी गुस्से ना होण। आखन लगे एडा परोपकार करना होवे मेरे ते तुसी, मैं 62 साल हो गए, 62 सालां दा बाबा बजुर्ग हो गया, अजे तक मैं गुरु नहीं प्राप्त कीता, ते तुसी जुड़े हो, मैनू जोड़ दिओ। बीबी अमरो ने तैयारी करवा लई, चल पे बासर के तो खडूर साहब पहुँचे। कहन लगी बीबी अमरो तुसी बाहर बह जाओ, मैं पिता तो आग्या ले आवां कि तुहानू अंदर लिया सकदियां सभा विच के नहीं, संगत विच लिया भी सकदियां कि नहीं। भै सी ना पिता दा मन विच। अज दे समय नूं तुसी जाणदे हो ना किन्ना कु भै है। ਧੀਆਂ किन्नी कु आग्या विच ने, पुत्र किन्नी कु आग्या विच ने। आप जानते हो समय की नज़ाकत है। वो समा सी जदों भय भावनी विच माता पिता दे धीआं रहिंदियां सन। अंदर गए, मत्था टेकिया। गुरु अंगद देव पातशाह कहन लगे धीए, जिन्हां नूं मिलाउण वास्ते लियाई उन्हां नूं बाहर बिठाई है। इंज नहीं ना करीदा, उन्हां नूं भी अंदर बुलाओ। हुण गुरु दा अंतरजामी है ना,
पातशाह कहते उन्होंने क्यों बाहर बिठाए हो? बीबी अमरो ने खिमा मंगी, पिता जी एक तो मैं अपनी मर्जी नाल पेके घर आ गई हाँ, उस गल की खिमा दे दिओ। दूसरी खिमा कर दिओ, मैं बाबा अमरदास पातशाह नूं बाहर बिठा आई हाँ। खिमा मंग के बुलाया, बाबा अमरदास पातशाह सतगुरु अंदर आए ते गुरदेव पिता सतगुरु दे चरण परसन लगे। कुड़माचारी भी सी, सत्कार सन्मान देना सी। उस समय फिर सतगुरु गुरु अंगद देव पातशाह ने कहा, आओ मेरे गल लगो। ते बाबा अमरदास कहन लगे, अज गल लगन नहीं आया, अज चरण पकड़न आया। अपने चरण पकड़ा दिओ, मैं तुहाडे चरण पकड़ लैणे ने। हर चरण कमल की टेक, सतगुर दिती तुस कै बलराम जीओ। कहन लगे त्रुठ के अपनी किरपा करके मैनू चरण कमलों की टेक दे दिओ, मैनू हुण होर कोई आसरा नहीं। धन गुरु अंगद देव पातशाह जी ने सिक्खी की दात दिती, नाम की दात दिती, गुर दीक्षित किया, गुर मंत्र दिता, चरण पौल दिती, इस घर विच सेवा की दात बख्श दिती। हुण नाम बाणी भी कमाउंदे ने, कीर्तन भी सुनते ने, ते धन गुरु अमरदास पातशाह गागर भी ढोंदे ने। वड्डी सेवा है सतगुरु की सेवा, सब तो वड्डी सेवा सतगुरु की सेवा है। हुण जदों सतगुरु की सेवा मिल गई, होर की चाहिदा सी? धन सतगुरु गुरु अमरदास पातशाह नूं सतगुरु की सेवा मिल गई। इशनान करवाउणा, मुट्ठी चापी करनी, हर प्रकार गुरु अंगद देव पातशाह की सेवा विच रहना, कदे दूर ना होना। सेवा ने फिर बदल दिता, सिमरन ने बदल दिता। बाबा अमरदास अमर होने वास्ते आए ते अमर हो गए। किवें? निशानी की है? निशानी ये है, मंजिल वल वधदे जा रहे ने, हनेरा हनेरी मीह मिट्टी तूफान चलदा, पर बाबा अमरदास सिर ते गागर संभाल के चलते ने। रुकावटां बड़ियां ने ना, अज भी सिक्खी कमाउंदे हो, नाम कमाउंदे हो, रुकावटां बड़ियां ने। ये ठीक है, सिक्खी दियां सारियां रुकावटां जिहड़ा पार कर जाए सिख, उस सिख दा मान सन्मान इन्ना उच्चा चला जांदा है। अज पूरे वर्ल्ड विच सिखां दा मान है, सन्मान है। अमरीका ने भी केसरी निशान साहब गुरु गोबिंद सिंह साहब दा अपने झंडे दे बराबर ला लिया, बिल्कुल बराबर। किसी ने वीडियो देखनी होए ते सत्संगत देख सकता है। ये अमरीका ने उदों कीता है जदों उन्होंने सेवा का गुण देखिया, क्योंकि एडी वड्डी सेवा, सा सेवा कीती सफल है जित सतगुर का मन मने। ये जिहड़ी सेवा है, मुकत भुगत जुगत तेरी सेवा जिस तू आप कराए। निशानी कहन लगा सा, गुरु अमरदास अमर हो गए जदों कहा सी ना, अद्धी रात कौन होएगा ठोकर लगी, कौन होएगा? कहन लगे होएगा अमरू निथावा। कहन लगे झलिए हुण तां मैं गुरु वाला, हुण तां मैं थां वाला, बस झलिए कहण दी देर सी। वो इस्त्री जुलाई झली हो गई, गुरु सवारियो बोल अमर हो गए। बाबा अमरदास अमर हो गए, अमर हो गए। सेवा थाएं पै गई। ये जिहड़ी सेवा है
ਇਹ ਭਾਗਾਂ ਵਿੱਚ ਲਿਖੀ ਹੋਵੇ ਤੇ ਮਿਲਦੀ ਹੈ। ਨਹੀਂ ਤਾਂ ਨਿਭਾਗੇ ਮਨੁੱਖ ਸੇਵਾ ਕਰਨ ਵਾਲਿਆਂ ਦੀ ਵੀ ਨਿੰਦਾ ਕਰ ਬੈਠਦੇ ਨੇ। ਨਿਭਾਗੇ ਮਨੁੱਖ ਸਿਮਰਨ ਕਰਨ ਵਾਲਿਆਂ ਦੀ ਨਿੰਦਾ ਕਰਦੇ ਨੇ। ਨਿਭਾਗੇ ਮਨੁੱਖ ਸੰਗਤ ਦੀ ਵੀ ਨਿੰਦਾ ਕਰ ਬੈਠਦੇ ਨੇ। ਇਸ ਕਰਕੇ ਭਾਗ ਬਣਾਉਣੇ ਪੈਂਦੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਅਮਰ ਹੋ ਗਏ। ਗੁਰਦੇਵ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਤਖਤ ਤੇ ਸੁਭਾਏਮਾਨ ਕਰ ਦਿੱਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਖਤੋ ਤਾਜ ਤੇ ਬੈਠ ਕੇ ਜਿਸ ਦਿਨ ਸ਼ੁਕਰਾਨਾ ਕੀਤਾ ਨਾ, ਵੇਖੋ ਪੋਤੇ ਤਾਂ ਆਪਣੇ ਵੀ ਨੇ, ਪੁੱਤਰ ਆਪਣੇ ਵੀ ਨੇ, ਪਰ ਪੋਤੇ ਨੂੰ ਗੋਦੀ ਵਿੱਚ ਲਿਆ ਕਹਿਣ ਲੱਗੇ ਸਤਿਗੁਰੂ ਨਾਮ ਰੱਖੋ ਪੋਤੇ ਦਾ। ਕਹਿੰਦੇ ਜੀ ਨਾਮ ਰੱਖਿਆ ਆਨੰਦ। ਪੋਤੇ ਦਾ ਨਾਮ ਰੱਖਿਆ ਆਨੰਦ। ਤੇ ਬਾਣੀ ਵੀ ਲਿਖੀ, ਬਾਣੀ ਵੀ ਗਾਇਨ ਕੀਤੀ। ਰਾਮ ਕਲੀ ਮਹੱਲਾ ਤੀਜਾ ਆਨੰਦ। ਬਾਣੀ ਦਾ ਸਰਲੇਖ ਵੀ ਆਨੰਦ। 40 ਪੌੜੀਆਂ ਆਨੰਦ ਸਾਹਿਬ ਦੀ ਬਾਣੀ ਆਪਣੇ ਪੋਤੇ ਦੇ ਸ਼ੁਕਰਾਨੇ ਵਿੱਚ ਗਾ ਗਏ। ਸ਼ੁਕਰਾਨੇ ਵਿੱਚ। ਤੇ ਅੱਜ ਦਾ ਸਿੱਖ ਸ਼ੁਕਰਾਨਾ ਨਹੀਂ ਕਰਦਾ, ਅੱਜ ਦਾ ਸਿੱਖ ਤਰਕ ਕਰਦਾ ਹੈ। ਜਿੰਨੀ ਵੀ ਹੋ ਸਕਦੀ ਹੈ ਤਰਕ ਕਰਦਾ ਹੈ। ਤੇ ਗੁਰੂ ਸਵਾਰਿਓ ਜਿਹੜੀ ਤਰਕ ਹੈ ਉਹ ਦਿਮਾਗ ਨਾਲ ਹੁੰਦੀ ਹੈ। ਦਿਮਾਗ ਵਿੱਚ ਗਿਆਨ ਹੁੰਦਾ ਹੈ। ਗਿਆਨ ਕੀ ਕਰਦਾ ਹੈ? ਖੁਸ਼ਕੀ ਪੈਦਾ ਕਰਦਾ ਹੈ। ਗਿਆਨ ਕੀ ਕਰਦਾ ਹੈ? ਕਠੋਰ ਬਣਾਉਂਦਾ ਹੈ ਬੰਦੇ ਨੂੰ, ਬੋਝਲ ਬਣਾ ਦਿੰਦਾ ਹੈ। ਇਸ ਨੂੰ ਸਤ ਸੰਗਤ ਕਠੋਰ ਕਰ ਦਿੰਦਾ ਹੈ, ਸਖਤ ਕਰ ਦਿੰਦਾ ਹੈ। ਪਰ ਯਾਦ ਰਹੇ ਜਿਹੜਾ ਗਿਆਨ ਗੁਰੂ ਦਾ ਗਿਆਨ ਹੋਵੇ ਉਹ ਦਿਲੋਂ ਪੈਦਾ ਹੁੰਦਾ ਹੈ। ਉਹ ਦਿਲ ਨੂੰ ਮੋਮ ਦਿਲ ਕਰ ਦਿੰਦਾ ਹੈ। ਉਹ ਦਿਲ ਵਿੱਚ ਮੁਹੱਬਤ ਭਰ ਦਿੰਦਾ ਹੈ, ਦਿਲ ਵਿੱਚ ਪਿਆਰ ਭਰ ਦਿੰਦਾ ਹੈ। ਗਿਆਨ ਦੋ ਪ੍ਰਕਾਰ ਦਾ ਹੀ ਹੈ। ਇੱਕ ਗਿਆਨ ਤਰਕ ਵਾਲਾ ਹੈ, ਉਹ ਬੋਝਲ ਬਣਾਉਂਦਾ ਹੈ ਬੰਦੇ ਨੂੰ ਟਿਕਣ ਨਹੀਂ ਦਿੰਦਾ। ਤੇ ਸਤ ਸੰਗਤ ਇੱਕ ਗਿਆਨ ਉਹ ਹੈ ਜੋ ਦਿਲੋਂ ਪੈਦਾ ਹੋਵੇ ਤੇ ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਅਜੇ ਸਿੱਖ ਸਨ, ਗਾਗਰ ਢੋਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਹਜ਼ੂਰੀ ਵਿੱਚ ਇੱਕ ਸਿੱਖ ਆਇਆ। ਕਹਿੰਦੇ ਮਹਾਰਾਜ ਮੈਂ ਨਗਰ ਉਸਾਰੀ ਕਰਦਾ ਬਿਆਸਾ ਦੇ ਕਿਨਾਰੇ ਤੇ ਰਾਤ ਘਰ ਢਹਿ ਜਾਂਦੇ ਨੇ। ਮੈਂ ਸੁਣਿਆ ਵੀ ਪ੍ਰੇਤਾਂ ਦਾ ਵਾਸ ਹੈ, ਕੀ ਕਰਾਂ? ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਸਾਡੇ ਘਰ ਵਿੱਚ ਬਾਬਾ ਅਮਰਦਾਸ ਹਨ, ਇਹਨਾਂ ਨੂੰ ਲੈ ਜਾਓ। ਇਹਨਾਂ ਦੀ ਦ੍ਰਿਸ਼ਟੀ ਪਵੇਗੀ, ਇਹ ਆਪਣੇ ਕਰ ਕਮਲਾਂ ਦੇ ਨਾਲ ਉਸ ਬਿਆਸਾ ਵਿੱਚੋਂ ਜਲ ਲੈ ਕੇ ਛਿੜਕਾ ਕਰਨਗੇ। ਇੱਕ ਸੋਟੀ ਦਿੱਤੀ, ਲਕੀਰ ਪਾ ਦਿਆ ਜੇ ਜਿੰਨੀ ਥਾਂ ਇਹ ਚਾਹੁੰਦਾ ਹੋਏਗਾ। ਪਹਿਲਾਂ ਲਕੀਰ ਖਿੱਚੀ ਗੁਰੂ ਸਵਾਰਿਓ ਚਾਰੇ ਪਾਸੇ, ਫਿਰ ਨਦੀ ਵਿੱਚੋਂ ਜਲ ਲੈ ਕੇ ਛਿੜਕਾ ਕੀਤਾ ਤੇ ਕਿਹਾ ਸਤਿਨਾਮ ਸ਼੍ਰੀ ਵਾਹਿਗੁਰੂ। ਛਿੜਕਾ ਕਰਦੇ ਗਏ, ਨਾਮ ਜਪਦੇ ਗਏ। ਅਵਸਥਾ ਕੀ ਬਣ ਗਈ? ਬਚਨ ਪੜ੍ਹ ਲਈਏ। ਪ੍ਰੇਤੋਂ ਕੀਤਨ ਦੇਵਤਾ ਤਿਨ ਕਰਨੇ ਹਾਰੇ। ਜਿਹੜੇ ਸਹਿਜ ਪਾਠ ਤੁਹਾਡੇ ਵਿੱਚੋਂ ਕਰਦੇ ਹੋਣਗੇ ਉਹਨਾਂ ਨੂੰ ਇਸ ਪੰਕਤੀ ਵਿੱਚੋਂ ਹੋਰ ਆਨੰਦ ਆਏਗਾ। ਗੁਰੂ ਕੀ ਕਰਦਾ ਹੈ? ਪ੍ਰੇਤਾਂ ਨੂੰ ਵੀ ਦੇਵਤੇ ਬਣਾਉਣ ਦੀ ਸਮਰੱਥਾ ਰੱਖਦਾ ਹੈ। ਪ੍ਰੇਤੋਂ ਕੀਤਨ ਦੇਵਤਾ ਤਿਨ ਕਰਨੇ ਹਾਰੇ। ਬਾਬਾ ਅਮਰਦਾਸ ਜਦੋਂ ਜਲ ਦਾ ਛਿੜਕਾ ਕਰਦੇ, ਅੰਮ੍ਰਿਤ ਦਾ ਛਿੜਕਾ ਕਰਦੇ। ਸ਼੍ਰੀ ਗੋਇੰਦਵਾਲ ਸਾਹਿਬ ਵਸਾਇਆ ਗਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹੁਣ ਉਸਾਰੀ ਕਰਵਾ ਰਹੇ ਨੇ। ਹੁਣ ਮਕਾਨਾਂ ਨੂੰ ਕਿਸੇ ਦੀ ਢਾਉਣ ਦੀ ਹਿੰਮਤ ਨਹੀਂ। ਹੁਣ ਘੁੱਗ ਵਸਣ ਲੱਗਾ, ਸੰਘਣੀ ਵਸੋਂ ਹੋ ਗਈ। ਫਿਰ ਭੱਟ ਸਾਹਿਬਾਨਾਂ ਨੇ ਚਰਨ ਪਕੜ ਕੇ ਕਿਹਾ ਸੀ ਗੋਇੰਦਵਾਲ
गोबिंदपुरी सम जलन तीर बेपास बनायो। सत संगत, गुरु अमरदास पातशाह ने उसारी गोइंदवाल कीता। इतिहास के पन्नियां विच आया गोइंदवाल सिੱਖੀ ਦਾ ਧੁਰਾ। ये सिੱਖੀ ਦਾ ਧੁਰਾ बन गया। क्यों? सतगुरु ने ऐसी धर्मशाला दी है, एक ऐलान कर दिता है। ऐलान ये कीता वाधा पिछली विचार विच कीता। माता खीवी जी खडूर साहब लंगर की सेवा संभाल करते सी। अज गुरु अमरदास पातशाह लंगर विच पंगत विच बैठण दा पहला हुक्म करते। जिहड़ा भी मनुख दूर दराज नेड़े तो आउंदा, दूर तो आउंदा, जिहड़ा यात्रु भी आउंदा उसनूं हुक्म कीता जांदा है। क्योंकि हर एक तुर के आउण वाला थकिया होया पहला ब्यासा तो नहाउंदा, इशनान करदा, सुच्चा हो के जिवें गुरु दरबार विच आउण लगदा। कहंदे ने नहीं भलिओ, पहला दरबार विच नहीं बहना, पहला पंगत विच बैठो। पहला पंगत पाछे संगत। कहंदे अध्यात्मक रस फिर माणिया जे, पहला ऊच नीच छूत छात जात पात दा भरम पेट मिटाओ, अपने मन नूं बराबर करो। भगती करन तो पहला, कीर्तन सुनन तो पहला, पाठ सुनन तो पहला, उपदेश सुनन तो पहला पंगत विच बैठो। ये पंगत तुहाडे मन विच बराबरी पैदा करेगी। ये पंगत गुरु नानक साहब ने 20 रुपइयां दा लंगर ला के शुरू की सी। आखो सतनाम श्री वाहिगुरु। अज गुरु के लंगर करके ही सिख दी शख्सियत उच्ची चली गई है। पूरे वर्ल्ड विच 1 नंबर ते सिख आ गए ने सेवा विच। तुहानूं पता होएगा अज तो 40 साल पहला पूरे वर्ल्ड विच ईसाई सेवा विच 1 नंबर ते सन। जिहड़े बजुर्ग तुहाडे विचों लिटरेचर पढ़दे वो गल नूं पकड़नगे। 40 साल पहला अज तो ईसाई 1 नंबर ते सी, क्योंकि एजुकेशन अदारे उन्हां कोल ने, मैडिकल दी सारी सेवा संभाल ते उन्हां कोल है, विद्या दा सारा खेतर उन्हां कोल है। इसे प्रकार गरीब दी मदद करन दा जिहड़ा पहल सी उन्हां ने कीती। असी तां हुण जागे, सानू तां हुण जगाया गुरु ने। खैर जे जगाया ते जागे रहीए तां चंगा है। बेनती कर रहा 40 साल अज तो पहलां दा इतिहास पढ़ लो, अखबार पढ़ लो, न्यूज़ पढ़ लो। ईसाइयां नूं कहा जांदा सी सेवा करन विच समाज दी 1 नंबर ते ने। अज कोरोना वायरस का कहर वापर रहा है। हज़ारां जीव जिहड़े ने वो इस दी लपेट विच आके मौत दे मूँह विच पै रहे ने। बड़ा दुख हुंदा सुन के, पढ़ के, समझ के। भावें कईयां ने कहा गुरपुरब किवें मनाओगे, खुशी किवें मनाओगे। लोग तां दुखी बैठे ने घरां विच, लॉकडाउन होया, काम कार चौपट ने। पर याद रहे इत्थे सिख दोवें अवस्थावां विच एक रहिंदा, एक बराबर रहिंदा। सुख आराधन, दुख आराधन। जे सुख विच शुकराना करदा ते दुख विच बेनती भी कर सकदा है। जे दुख है तो बेनती करदा है, वो दुख टल जांदा है। देखो अज तां दुख ये है कि ये शरीर जिहड़े बिनस रहे ने, रोग लग रहे ने, अज ये दुख है ना। ते गुरु सवारिओ जदों अध्यात्मक जीवन नूं पढ़ोगे, भट्ट साहबान कहंदे सानू बड़ा वड्डा दुख है। बाबा अमरदास कहंदे किहड़ा? कहंदे 1 साल हो गया गुरु लभदे फिरदे आ, कोई गुरु नहीं लभा, पूरा गुरु नहीं लभा। 1 साल हो गया। रयो संत हों टोल साध बहु तेरे डिठे,
ਬਥੇਰੇ ਕਹਿੰਦੇ ਸਾਧ ਦੇਖੇ ਨੇ, ਟੋਲਿਆਂ ਦੇ ਟੋਲੇ ਤੁਰੇ ਫਿਰਦੇ ਨੇ। ਸੰਨਿਆਸੀ ਤਪੱਸਈ ਮੁਖੋਂ ਇਹ ਪੰਡਤ ਮਿੱਠੇ, ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਪੰਡਤ ਵੀ ਬੜੇ ਸੂਝਵਾਨ ਦੇਖੇ ਨੇ। ਪਰ ਕਹਿਣ ਲੱਗੇ ਕਿਨੈ ਨੇ ਪਰਚੋ ਲਾਇਓ, ਕਿਸੇ ਦੇ ਜੀਵਨ ਵਿੱਚੋਂ ਅੰਦਰ ਤੇ ਬਾਹਰ ਦਾ ਆਨੰਦ ਨਹੀਂ ਦੇਖਿਆ, ਉਦਾਸ ਹਾਂ। ਬੜੀ ਭਾਲ ਕੀਤੀ ਹੈ, ਬੜੇ ਸਾਧ ਸੰਤ ਦੇਖੇ ਨੇ, ਬੜੇ ਡੇਰੇ ਦੇਖੇ ਨੇ, ਬੜੇ ਥਾਂ ਦੇਖੇ ਨੇ ਬਾਬਾ ਅਮਰਦਾਸ, ਹੁਣ ਦੱਸੋ ਕਿੱਥੇ ਜਾਈਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਹੁਣ ਕਿਤੇ ਜਾਣ ਦੀ ਲੋੜ ਨਹੀਂ। ਬਰਸ ਏਕ ਹੋਂ ਫਿਰਿਓ ਕਿਨੈ ਨੈ ਪਰਚੋ ਲਾਇਓ, ਕਹਤਿਆਂ ਕਹਤੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਕਹਿਣੀ ਕੁਝ ਹੋਰ ਸੀ, ਰਹਿਤ ਕੋਈ ਹੋਰ ਸੀ, ਕਰਦੇ ਕੁਝ ਹੋਰ ਸੀ, ਬੋਲਦੇ ਕੁਝ ਹੋਰ ਸੀ। ਪਰ ਇੱਕੋ ਇੱਕ ਵਾਹਿਦ ਗੁਰੂ ਨਾਨਕ ਦਾ ਘਰ, ਇੱਥੇ ਕਮਾਇਆ ਗਿਆ ਹੋਇਆ ਗਿਆਨ ਸਾਨੂੰ ਦਿੱਤਾ ਗਿਆ। ਬਾਬਾ ਅਮਰਦਾਸ ਪਾਤਸ਼ਾਹ ਨੇ ਕਮਾਇਆ, ਫਿਰ ਸਾਨੂੰ ਕਿਹਾ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਉਹਨਾਂ ਨੇ ਕਮਾਇਆ, ਉਹਨਾਂ ਨੇ ਦੇਖਿਆ, ਰੱਬ ਦੇਖਿਆ ਇਹਨਾਂ ਨੇਤਰਾਂ ਨਾਲ। ਫਿਰ ਕਿਹਾ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਕਹਿੰਦੇ ਮਨ ਦੇ ਸਾਰੇ ਦੁੱਖ ਚਲੇ ਗਏ ਜਦੋਂ ਰੱਬ ਪ੍ਰਾਪਤ ਕਰ ਲਿਆ। ਜਿਹੜੀ ਬੇਨਤੀ ਕਰ ਰਿਹਾ, ਅੱਜ ਦਾ ਦੁੱਖ ਕੋਈ ਹੋਰ ਹੈ, ਕਿਉਂਕਿ ਅੱਜ ਅਨਾਜ ਦੇ ਅੰਬਾਰ ਲੱਗੇ ਪਏ ਨੇ, ਪਹਿਰਾਵੇ ਦੇ ਕੱਪੜੇ ਦੇ ਅੰਬਾਰ ਲੱਗੇ ਪਏ ਨੇ, ਖਰਚਣ ਨੂੰ ਧਨ ਦੇ ਅੰਬਾਰ ਲੱਗੇ ਪਏ ਨੇ। ਸਿੱਖੋ ਤੁਹਾਡੇ ਨਾਲੋਂ ਜ਼ਿਆਦਾ ਸਨਾਤਨ ਮਤ ਵਾਲਿਆਂ ਕੋਲ ਰੁਪਈਆ ਪਿਆ, ਅਰਬਾਂ ਖਰਬਾਂ ਰੁਪਈਆ ਪਿਆ, ਪਰ ਖਰਚਦੇ ਨਹੀਂ। ਠੀਕ ਹੈ ਤੁਹਾਡੇ ਕੋਲ ਸੀਮਤ ਧਨ ਹੋਏਗਾ, ਪਰ ਜਦੋਂ ਤੁਸੀਂ ਪਰਉਪਕਾਰ ਤੇ ਰੁਪਈਆ ਖਰਚਦੇ ਹੋ ਉਦੋਂ ਦਰਗਾਹ ਦਾ ਰਸਤਾ ਖੁੱਲ ਜਾਂਦਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਆਪਣੀ ਕਿਰਤ ਕਮਾਈ ਸਫਲੀ ਜਦੋਂ ਕਰਦੇ ਆ ਨਾ, ਤੇ ਗੁਰੂ ਨਾਨਕ ਪਾਤਸ਼ਾਹ ਚੇਤੇ ਆਉਂਦੇ ਨੇ, ਕਿਰਤ ਕਰਨਾ ਨਾਮ ਜਪਣਾ ਵੰਡ ਕੇ ਛਕਣਾ। ਜਦੋਂ ਵੰਡ ਕੇ ਛਕਦਾ ਸਾਰੇ ਸਮਾਜ ਨੂੰ ਕਲਾਵੇ ਵਿੱਚ ਲੈ ਲੈਂਦਾ। ਭੱਟ ਸਾਹਿਬਾਨਾਂ ਨੇ ਪ੍ਰਾਪਤੀ ਕਰ ਲਈ, ਆਖਣ ਲੱਗੇ ਇੱਕੋ ਘਰ ਹੈ। ਜਿੱਥੇ ਬਾਬਾ ਅਮਰਦਾਸ ਨੇ ਜੀਵਨ ਕੀ ਬਣਾਇਆ, ਕਹਿੰਦੇ ਇਦਾਂ ਦਾ ਜੀਵਨ ਬਣ ਗਿਆ। ਤੈਂ ਪੜ੍ਹਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੂੰਹ ਇੱਕ ਇੱਕ, ਦੋ ਠਾਉ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਨੋ। ਬਾਬਾ ਅਮਰਦਾਸ ਤੁਸੀਂ ਇੱਕ ਵਿੱਚ ਲੀਨ ਰਹਿੰਦੇ ਹੋ। ਫਿਰ ਕਹਿਣ ਲੱਗੇ ਸਾਨੂੰ ਸਾਰਿਆਂ ਨੂੰ, ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿਧ ਸਾਧਕ ਐਸਾਸੇ, ਗੁਰ ਅਮਰਦਾਸ ਪਰਸੀਐ ਧਿਆਨ ਲਈਐ ਭਉ ਮੁਕੈ। ਆਖਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਦੇ ਚਰਨ ਇੱਕ ਵਾਰ ਪਰਸ ਲਓ। ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਮਾਣ ਦਿੱਤਾ ਸੀ, 7 ਖੈਰਾਂ ਝੋਲੀ ਵਿੱਚ ਪਾਈਆਂ। ਅਮਰਦਾਸ ਨਿਮਾਣਿਆਂ ਦਾ ਮਾਣ, ਨੇ ਤਾਣਿਆਂ ਦਾ ਤਾਣ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ, ਨੇ ਆਸਰਿਆਂ ਦਾ ਆਸਰਾ। ਧੰਨ ਗੁਰੂ ਅਮਰਦਾਸ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੰਗਤ ਵਿੱਚ ਬੈਠੋ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜੇ ਤੁਸੀਂ ਸਿੱਖੀ ਕਮਾਉਣੀ ਹੈ ਫਿਰ ਸੰਗਤ ਵਿੱਚ ਬੈਠੋ। ਜਦੋਂ ਸੰਗਤ ਤੇ ਪੰਗਤ ਦਾ ਵਿਧਾਨ ਤੀਸਰਾ ਫਿਰ ਸਤਿਗੁਰੂ ਨੇ ਪਰਉਪਕਾਰ ਕਰ ਦਿੱਤਾ। ਸ਼ੁੱਧ ਪਾਣੀ ਵਾਸਤੇ ਬੌਲੀ ਸਾਹਿਬ ਲਾਈ। ਬੌਲੀ ਸਾਹਿਬ ਲੱਗੀ ਹੈ, ਕੜ ਟੁੱਟੇ ਤੇ ਸਤ ਸੰਗਤ ਵਿਸਾਖੀ ਵਾਲੇ ਦਿਨ ਕੜ ਟੁੱਟਾ, 1 ਵੈਸਾਖ ਨੂੰ। ਤੇ ਜਦੋਂ ਕੜ ਟੁੱਟਿਆ ਤੇ ਸਾਰੇ ਸਾਂਝਾ ਇਸ਼ਨਾਨ ਕਰਨ ਲੱਗੇ। ਜਦੋਂ ਸਾਂਝਾ ਇਸ਼ਨਾਨ ਕਰਨ ਲੱਗੇ
ਕਹਿਣ ਲੱਗੇ ਸਤਿਗੁਰੂ ਅੱਜ ਤਾਂ ਆਨੰਦ ਆ ਗਿਆ, ਅੱਜ ਤਾਂ ਆਨੰਦ ਆ ਗਿਆ ਸਤਿਗੁਰੂ, ਕਿਉਂਕਿ ਸਾਂਝੀ ਪੰਗਤ ਸੀ, ਸਾਂਝੀ ਬਾਣੀ ਸੀ, ਸਾਂਝਾ ਕੀਰਤਨ ਸੀ, ਸਾਂਝਾ ਨਾਮ ਸੀ, ਸਰਬ ਸਾਂਝਾ ਪਿਤਾ ਸੀ, ਅਕਾਲ ਪੁਰਖ ਜਿਸ ਨਾਲ ਜੋੜਦੇ ਹੋ, ਸਰਬ ਸਾਂਝਾ ਇੱਕ ਓੰਕਾਰ ਲਿਖਿਆ ਸੀ। ਅੱਜ ਸਤਿਗੁਰੂ ਜੀ ਸਰਬ ਸਾਂਝਾ ਇਸ਼ਨਾਨ ਵੀ ਮਿਲ ਗਿਆ। ਗੁਰਦੇਵ ਪਿਤਾ ਨੇ ਸਰਬ ਸਾਂਝੀ ਵਾਲਤਾ ਵਾਸਤੇ ਜਿਵੇਂ ਮਾਲਾ ਹੋਵੇ ਤੇ ਮਾਲਾ ਦੇ ਜਿਹੜੇ ਮਣਕੇ ਨੇ ਨਾ ਉਹਨਾਂ ਨੂੰ ਇਕੱਠੇ ਰੱਖਣਾ ਤੇ ਸੂਤਰ ਇੱਕ ਚਾਹੀਦਾ, ਸੂਤ ਇੱਕ ਚਾਹੀਦਾ, ਫਿਰ ਮਾਲਾ ਦੇ ਮਣਕੇ ਇਕੱਠੇ ਰਹਿੰਦੇ ਨੇ। ਬਸ ਇਸੇ ਪ੍ਰਕਾਰ ਗੁਰਦੇਵ ਪਿਤਾ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ, ਇੱਕ ਥਾਂ ਤੇ ਜੋੜਿਆ, ਇੱਕ ਓੰਕਾਰ ਨਾਲ ਜੋੜਿਆ। ਅੱਜ ਲੜੀਵਾਰ ਵਾਕ ਸੀ, ਹਰ ਚਰਨ ਕਮਲ ਮਨ ਲੀਨਾ, ਪ੍ਰਭ ਜਲ ਜਨ ਤੇਰੇ ਮੀਨਾ। ਅਸੀਂ ਤੇਰੀ ਮਛਲੀਆਂ, ਤੂੰ ਸਾਡਾ ਜਲ ਹੈ, ਤੂੰ ਜਲ ਨਿਧ ਹੋਂ ਜਲ ਬਿਨ ਖੀਨ। ਦਾਤਾ ਜੀ ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਇਹ ਪਹਿਲੇ ਪਾਤਸ਼ਾਹ ਕਹਿ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਕਹਿ ਰਹੇ ਨੇ, ਕਹਿੰਦੇ ਨੇ ਜੇ ਤੂੰ ਪ੍ਰੀਤ ਕਰਨੀ ਹੈ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੀਨ। ਤੂੰ ਪਿਆਰ ਕਰਨਾ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ, ਪ੍ਰੀਤ ਕਰਦੀ, ਤੂੰ ਵੀ ਇਸੇ ਪ੍ਰਕਾਰ ਪ੍ਰੀਤ ਕਰ, ਪਿਆਰ ਕਰ। ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਜੀ ਦਾ ਅੱਜ ਗੁਰੂ ਸਵਾਰਿਓ ਪ੍ਰਕਾਸ਼ ਗੁਰਪੁਰਬ ਹੈ। ਗੁਰਦੇਵ ਸਾਨੂੰ ਪ੍ਰੇਰਨਾ ਏਡੀ ਵੱਡੀ ਦੇ ਰਹੇ ਨੇ। ਇੱਕ ਤਾਂ ਪ੍ਰੇਰਨਾ ਇਹ ਮਿਲੀ ਕਿ ਨਿਗੁਰੇ ਨਹੀਂ ਰਹਿਣਾ, ਨਿਗੁਰੇ ਨਹੀਂ ਰਹਿਣਾ, ਗੁਰੂ ਵਾਲੇ ਬਣਨਾ। ਤੇ ਹੁਣ ਜਦੋਂ ਗੁਰੂ ਵਾਲੇ ਬਣਨਾ ਸਤ ਸੰਗਤ ਤੇ ਪੂਰੇ ਗੁਰੂ ਦੇ ਲੜ ਲੱਗਣਾ, ਤੇ ਪੂਰਾ ਗੁਰੂ ਹੁਣ ਲੱਭਣ ਜਾਣ ਦੀ ਲੋੜ ਨਹੀਂ। ਪੂਰਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ। ਅਰਦਾਸ ਵੀ ਕਰਦੇ ਆ ਨਾ, ਗੁਰ ਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ। ਉਹ ਨਿਹਾਲ ਹੋ ਗਏ ਜਿਨ੍ਹਾਂ ਨੇ ਪੂਰਾ ਗੁਰੂ ਸਿਮਰਿਆ, ਚੇਤੇ ਵਿੱਚ ਲਿਆਂਦਾ। ਦੇਣ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ। ਇੱਕ ਹਵਾਲਾ ਹੋਰ ਦਿਆਂ, 2 ਮਿੰਟਾਂ ਬਾਅਦ ਫਿਰ ਆਪਾਂ ਸਮਾਪਤੀ ਵਾਲੇ ਪਾਸੇ ਆਵਾਂਗੇ। ਨਿਸ਼ਚਿਤ ਸਮਾਂ ਭਾਵੇਂ ਸਮਾਪਤ ਹੈ। ਗੁਰੂ ਸਵਾਰਿਓ ਬਾਬਾ ਅਮਰਦਾਸ ਮੇਰੇ ਸਾਹਿਬ 62 ਸਾਲ ਦੀ ਉਮਰ ਸੀ ਜਦੋਂ ਸੇਵਾ ਕਰਨ ਲਈ ਆਏ। 12 ਸਾਲ ਸੇਵਾ ਕੀਤੀ, ਉਸ ਸਮੇਂ ਤੱਕ 75 ਸਾਲ ਉਮਰ ਹੋ ਗਈ ਸੀ। ਬਾਬਾ ਅਮਰਦਾਸ ਤਖਤੋ ਤਾਜ ਤੇ ਸੁਭਾਏਮਾਨ ਹੋਏ। ਮੇਰੇ ਸਾਹਿਬ ਸਤਿਗੁਰੂ ਜੀ ਫਿਰ 22 ਸਾਲ ਗੁਰਤਾ ਗੱਦੀ ਤੇ ਤਖਤ ਤੇ ਸੁਭਾਏਮਾਨ ਰਹੇ। ਗੁਰੂ ਅਮਰਦਾਸ ਪਾਤਸ਼ਾਹ ਨੇ 22 ਸਾਲਾਂ ਵਿੱਚ ਕਬੀਰ ਸਾਹਿਬ ਦੇ ਸ਼ਲੋਕ, ਫਰੀਦ ਸਾਹਿਬ ਦੀ ਬਾਣੀ, ਹੋਰ ਅਨੰਤ ਬਾਣੀਆਂ ਦਾ ਅਧਿਐਨ ਕਰਕੇ ਮਹੱਲਾ 3 ਲਿਖ ਕੇ ਵਿਆਖਿਆ ਕੀਤੀ, ਸਰੋਪਾ ਦਿੱਤਾ ਭਗਤਾਂ ਨੂੰ। ਕਹਿਣ ਲੱਗੇ ਸਾਡੀ ਅਵਸਥਾ ਆਤਮਕ ਤੇ ਭਗਤਾਂ ਦੀ ਆਤਮਕ ਅਵਸਥਾ ਇੱਕ ਹੈ। ਕਿਉਂ? ਕਿਉਂਕਿ ਇੱਕ ਨਾਲ ਜੁੜੇ ਨੇ। ਜਿਵੇਂ ਮਾਲਾ ਦਾ ਸੂਤਰ ਇੱਕ ਹੈ, ਮਣਕੇ ਵੱਖਰੇ ਵੱਖਰੇ ਨੇ, ਇਸੇ ਪ੍ਰਕਾਰ ਇੱਥੇ ਸ਼ਬਦ ਅਨੇਕਾਂ ਨੇ, ਭਗਤ ਅਨੇਕਾਂ ਨੇ, ਪਰ ਸਾਰਿਆਂ ਦੀ ਵਿਚਾਰਧਾਰਾ ਇੱਕ ਹੈ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਅੱਜ ਵੀ ਸਿੱਖ ਕਿਤੇ ਵੀ ਬੈਠਾ, ਸਿੱਖ ਦੇ ਬਾਹਰਲੇ ਪਹਿਰਾਵੇ ਨੂੰ ਨਾ ਦੇਖਣਾ, ਸਿੱਖ ਦੇ ਅੰਦਰ ਦੀ ਵਿਚਾਰਧਾਰਾ ਇੱਕ ਹੈ। ਸਿੱਖ ਦੀ ਵਿਚਾਰਧਾਰਾ ਇੱਕ ਹੈ, ਇੱਕ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਇੱਕ ਨਾਲ ਜੁੜਨਾ, ਫਿਰ ਬਾਹਰਲੇ ਰਸਮੋਂ ਰਿਵਾਜਾਂ ਤੋਂ ਉੱਚੇ ਉੱਠ ਜਾਓ। ਰਸਮੋਂ ਰਿਵਾਜ, ਦਾਜ ਪ੍ਰਥਾ ਦੇ ਖਿਲਾਫ ਸਤਿਗੁਰੂ ਜੀ ਨੇ ਮੁਹਿੰਮ ਚਲਾਈ। ਸਤੀ ਪ੍ਰਥਾ ਦੇ
प्रति आवाज़ बुलंद कीती, बाल विआह ते रोक लवाई। अमरदास पातशाह मेरे सतगुरु दी देन है। जदों अकबर बादशाह आया, कहन लगे आ जिहड़ा टैक्स लाउंदे हो यात्रुआं नूं, ये बंद करो। बादशाह कहंदा मैं की सेवा करां? गुरुदेव कहंदे इदों वड्डी सेवा की हो सकदी है? जिहड़े यात्रु होणगे उन्हां नूं यात्रा ते जाण लग्गियां कोई टैक्स नहीं लगना चाहिए। अज भी वड्डे तो वड्डे तीर्थ अस्थानां ते कोई भी मजहब वाला जाए, कोई मक्के मदीने जाए जां कोई जगन्नाथपुरी जाए जां गंगा दे घाट ते जाए जां कोई श्री आनंदपुर साहिब जाए, बस एक निशानी होनी जरूरी है, एक झंडा अगे लग्या होवे यात्रा दा, उस कोलों टैक्स नहीं लिया जाता, उसनूं रोकिया नहीं जाता। ये देन है गुरु अमरदास पातशाह दी, जिन्हां ने कहा ये काहदा टैक्स लैंदे हो यात्रुआं तो। तीर्थ उद्दम सतगुर कीया, आप सतगुरु तीर्थ यात्रा ते गए, सब लोक उधरन अर्था, लोकां दे भले वास्ते गए, उपदेश करन वास्ते गए, सच्चा नाम वंडन वास्ते गए। आख्या तीर्थां ते केवल पानी ना रिड़को, सच्ची बाणी नाल जुड़ जाओ। आवो सिख सतगुरु के प्यारिओ, गावो सच्ची बाणी। सच्ची बाणी सानू सच विच लीन करदी है। 19 रागां विच बाणी है गुरु अमरदास पातशाह दी, शाहकार बाणी है आनंद साहिब। सानू आनंद नाल तां ही जोड़िया क्योंकि आप आनंद नाल जुड़े ने। धन गुरु अमरदास पातशाह जी दे प्रकाश गुरपुरब दीआं समुचे पंथ नूं, समुचियां संगतां नूं लख लख वधाइयां होण, लख लख वधाई होवे। वाहिगुरु जी का खालसा, वाहिगुरु जी की फतेह।